ਗੱਲਬਾਤ ਹਮੇਸ਼ਾ ਹੁੰਦੀ ਆਈ ਹੈ ਕਿ ਰਾਜਪਾਲ ਸਾਹਿਬ ਇਹ ਕਹਿ ਰਹੇ ਨੇ, ਸਰਕਾਰ ਇਹ ਕਹਿ ਰਹੀ ਹੈ, ਪਰ ਅੱਜ ਇਸ ਪੁਆਇੰਟ ਤੋਂ ਹੀ ਸ਼ੁਰੂਆਤ ਕਿ ਆਖਿਰ ਸਰਕਾਰ ਮੌਕਾ ਕਿਉਂ ਦਿੰਦੀ ਹੈ ਹਰ ਵਾਰ ਰਾਜਪਾਲ ਸਾਹਿਬ ਨੂੰ ਕੋਈ ਨਾ ਕੋਈ ਇਤਰਾਜ਼ ਚੁੱਕਣ ਦਾ। ਇਸ ਵਾਰ ਉਹਨਾਂ ਨੇ ਜਾਣਕਾਰੀ ਕਿਹੜੀ ਮੰਗ ਲਈ, ਇਹ ਵੀ ਦੱਸੋ। मौका नहीं दिंदे, जेड़ी धिर शुरुआत करदी है जी और सेंटर दे इशारे ते सारा कुछ हो रहा है, वो कुछ हो रहा है जो इन्ने 70 साल कदी भी गवर्नर साहब ने इस तरह नहीं किया हैगा। और जिस तरह गवर्नर साहब हुण कर रहे आ, उन्हां दे जेड़े आ फैसले जां जो कुछ वो काम कर रहे हैं जां जो जिस तरह हदायतां कर रहे हैं, जिस तरह अड़चना पा रहे हैं सरकार दे कामकाज दे विच, पंजाब सरकार सुप्रीम कोर्ट तक गई है। सुप्रीम कोर्ट ने क्लीयर कट कर दिता है कि जो चुने हुए ने उन्हां दी गल मन्नी जानी है। गवर्नर साहब ने उन्हां दी उहदे अनुसार ही काम करना है। जो कैबिनेट ने पास करता है, कैबिनेट सुप्रीम है, सीएम साहब जिहड़े सुप्रीम ने उहदे अनुसार उन्होंने सैशन की इजाजत देनी है। उस तो बाद जिहड़े सवाल खड़े किए जा रहे हैं वो गवर्नर साहब वालों किए जा रहे हैं काम च विघन पाउण लई, और हर पासे वो सैटल हो चुका है उत्थे तक। और उस तो बाद जिहड़े नवे सवाल खड़े किए जा रहे हैं, जिहदे बारे सीएम साहब ने चिट्ठी लिखी है, पानियां दे नवे मसले खड़े किए जा रहे हैं, जां चिट्ठियां दे जवाब नहीं दिते, कुछ नुक्तियां दे जवाब नहीं दिते, जबकि सारा कुछ नालों नाल किया जा रहा है। सो ये सारा बात जिहड़ा है वो केंद्र के इशारे ते गवर्नर साहब खड़ा कर रहे हैं। ठीक है, जिहड़ा पंजाब गवर्नमेंट दा रिसीविंग एंड ते तुहानूं पता ही है, बजट सैशन ते ही सदन ते ही मुकर गए सीगे इजाजत देण तो, ਜਿਹੜੀ ਕਿ ਸੁਪਰੀਮ ਕੋਰਟ ਦੇ ਹਦਾਇਤਾਂ ਤੇ ਇਜਾਜ਼ਤ ਮਿਲੀ ਆ। ਸੋ ਇਹ ਤੁਹਾਨੂੰ ਜਿਹੜੇ ਇਤਰਾਜ਼ ਹੈ ਚਿੱਠੀ ਲਿਖੀ ਗਈ ਹੈ ਗਵਰਨਰ ਸਾਹਿਬ ਦੇ ਵੱਲੋਂ ਸਪੀਕਰ ਸਾਹਿਬ ਨੂੰ, ਤੁਹਾਨੂੰ ਉਹ ਇਤਰਾਜ਼ ਗੈਰ ਵਾਜਿਬ ਨਜ਼ਰ ਆ ਰਹੇ ਨੇ? ਹਾਂ, ਉਹਨਾਂ 'ਚ ਕੋਈ ਤੰਤ ਨਹੀਂ ਹੈਗਾ। ਅਜਲਾਸ ਕਰਨਾ ਪ੍ਰੈਰੋਗੇਟਿਵ ਹੈ, ਗਵਰਨਮੈਂਟ ਦਾ ਪ੍ਰੈਰੋਗੇਟਿਵ ਹੈ, ਸੀਐਮ ਸਾਹਿਬ ਦਾ ਤੇ ਜਿਹੜੀ ਕੈਬਨਿਟ ਹੈ। ਸੋ ਉਹਦੇ ਵਿੱਚ ਕੋਈ ਸਵਾਲ ਜਵਾਬ ਦਾ ਮਤਲਬ ਹੀ ਨਹੀਂ ਹੈ ਵੀ ਕਿਉਂ ਕਰਨਾ ਹੈ, ਇਸ ਮੁੱਦੇ ਤੇ ਕਿਉਂ ਆ, क्यों ਉਹਦੇ ਚ ਕੋਈ ਨੁਕਤਾਚੀਨੀ ਦਾ ਮਤਲਬ ਹੀ ਨਹੀਂ ਹੈ। ਮਤਲਬ ਤੁਹਾਡੇ ਮੁਤਾਬਿਕ ਇਹ ਕਿ ਸਿੱਧੇ ਤੌਰ ਦੇ ਉੱਤੇ ਪਰਮਿਸ਼ਨ ਦੇ ਦੇਣੀ ਚਾਹੀਦੀ ਸੀ ਕਿ ਠੀਕ ਹੈ, ਆਈ ਫਾਈਲ ਇੱਕ ਰਸਮ ਮਾਤਰ ਸੀ, ਔਪਚਾਰਿਕਤਾ ਕੀਤੀ, ਸਾਈਨ ਕਰਕੇ ਵਾਪਸ ਭੇਜ ਦਿੱਤੀ ਕਿ ਠੀਕ ਹੈ ਬੁਲਾਓ ਸੈਸ਼ਨ, ਐਵੇਂ ਹੀ ਹੋਣਾ ਚਾਹੀਦਾ। ਸਿੰਪਲ ਲਫ਼ਜ਼ਾਂ ਵਿੱਚ ਮੈਂ ਇਹ ਕਹਿ ਦਿੰਦਾ ਹਾਂ ਵੀ ਹੀ ਕੈਨ ਨਾਟ ਕੰਡਕਟ ਇਨਕੁਆਇਰੀ ਔਨ ਇਟ, ਦਿਸ ਇਜ਼ ਅ ਫਾਰਮੈਲਿਟੀ। ਇਹ ਉਹਨਾਂ ਦਾ ਜਿਹੜਾ ਆ ਇੱਕ ਮਾਣ ਸਤਿਕਾਰ ਹੈ, ਆਨਰੇਰੀ ਹੈ ਕਿ ਗਵਰਨਰ ਸਾਹਿਬ ਜਿਹੜੇ ਆ ਉਹਨਾਂ ਨੇ ਪ੍ਰਵਾਨਗੀ ਦੇਣੀ, ਉਹਨਾਂ ਦਾ ਰੋਲ ਇਹੋ ਹੀ ਆ ਜੀ। ਤੇ ਉਸ ਤੋਂ ਬਾਅਦ ਜੇ ਕੋਈ ਵਿਧਾਨ ਸਭਾ ਜਿਹੜੀ ਆ ਉਹ ਆਪਣੇ ਆਪ ਚ ਤਾਕਤਵਰ ਆ, ਲੋਕਾਂ ਦੇ ਨੁਮਾਇੰਦੇ ਚੁਣ ਕੇ ਆਏ ਆ। ਵਿਧਾਨ ਸਭਾ ਵਿੱਚ ਜੋ ਫੈਸਲੇ ਹੁੰਦੇ ਆ ਉਹਨਾਂ ਦੀ ਸਮੀਖਿਆ ਅੱਗੇ ਵੱਖ-ਵੱਖ ਥਾਵਾਂ ਤੇ ਹੋ ਸਕਦੀ ਹੈ ਕਿ ਸੰਵਿਧਾਨ ਦੇ ਅਨੁਸਾਰ ਨੇ। ਠੀਕ ਹੈ, ਚਲੋ ਆਪਾਂ ਇੱਕ ਵਾਰ ਜਵਾਬ ਲਈਏ, ਉਸ ਤੋਂ ਬਾਅਦ ਆਪਾਂ ਅੱਗੇ ਵਧਦੇ ਹਾਂ, ਸਾਰੇ ਮਹਿਮਾਨਾਂ ਨੂੰ ਐਡ ਕਰ ਲਈਏ। ਬਹੁਤ ਸਾਰੇ ਸਵਾਲ ਨੇ, ਗੱਲ ਇਹੀ ਹੈ ਕਿ ਇਹ ਪੂਰਾ ਰੇੜਕਾ ਮੁੱਕੇਗਾ ਕਿਵੇਂ, ਇਸ ਦੇ ਉੱਤੇ ਅੱਜ ਬਹੁਤੀ ਚਰਚਾ ਆਪਾਂ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਠੀਕ ਹੈ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ, ਪਰ ਹਰ ਦੂਜੇ ਤੀਜੇ ਦਿਨ ਆ ਕੇ ਕੋਈ ਨਾ ਕੋਈ ਵਿਵਾਦ ਖੜਾ ਹੋ ਜਾਂਦਾ ਹੈ। ਕਦੇ ਕਹਿੰਦੇ ਨੇ ਕਿ ਸਾਨੂੰ ਚਿੱਠੀ ਦਾ ਜਵਾਬ ਨਹੀਂ ਦਿੱਤਾ, ਕਦੇ ਸਰਕਾਰ ਇਲਜ਼ਾਮ ਲਗਾਉਂਦੀ ਹੈ ਕਿ ਹਰ ਗੱਲ ਦੇ ਵਿੱਚ ਆ ਕੇ ਅੜਿੱਕਾ ਪਾਇਆ ਜਾ ਰਿਹਾ ਹੈ ਗਵਰਨਰ ਸਾਹਿਬ ਦੇ ਵੱਲੋਂ ਜਾਂ ਫਿਰ ਸੈਂਟਰ ਦੀ ਸਰਕਾਰ ਦੇ ਵੱਲੋਂ। ਬੀਜੇਪੀ ਦਾ ਰੁਖ ਕਰਦੇ ਹਾਂ, ਚੇਤਨ ਜੋਸ਼ੀ ਸਾਡੇ ਨਾਲ ਨੇ। ਜੋਸ਼ੀ ਸਾਹਿਬ, ਸੈਂਟਰ ਦੇ ਇਸ਼ਾਰੇ ਦੇ ਉੱਤੇ ਸਭ ਕੁਝ ਕਰ ਰਹੇ ਨੇ ਗਵਰਨਰ ਸਾਹਿਬ, ਇੱਕ ਬਹੁਤ ਸੀਰੀਅਸ ਐਲੀਗੇਸ਼ਨਸ ਨੇ। ਗਵਰਨਰ ਦਾ ਅਹੁਦਾ ਆਪਾਂ ਸਾਰੇ ਜਾਣਦੇ ਹਾਂ ਕਿ ਕੋਈ ਪੋਲੀਟੀਕਲ ਨਹੀਂ ਹੁੰਦਾ ਹੈਗਾ, ਪਰ ਐਲੀਗੇਸ਼ਨ ਇਹ ਨੇ ਕਿ ਇੱਕ ਵਿਰੋਧੀ ਧਿਰਾਂ ਦੇ ਲੀਡਰ ਦੇ ਤੌਰ ਦੇ ਉੱਤੇ ਇਸ ਸਮੇਂ ਰਿਐਕਟ ਗਵਰਨਰ ਸਾਹਿਬ ਕਰ ਰਹੇ ਨੇ। ਜਿਹੜਾ ਮਰਜ਼ੀ ਕੰਮ ਕਰ ਲਓ ਉਸ ਦੇ ਉੱਤੇ ਕੋਈ ਨਾ ਕੋਈ ਕੁਐਸਚਨ ਮਾਰਕ ਕਿੰਤੂ ਪਰੰਤੂ ਜ਼ਰੂਰ ਕਰ ਦੇਣਾ ਉਹਨਾਂ ਨੇ। ਦੇਖੋ ਗੌਰਵ ਜੀ, ਪਹਿਲੀ ਗੱਲ ਤੇ ਇਹ ਆ ਕਿ ਜਿਹੜੀ ਸਾਡੀ ਅਸੈਂਬਲੀ ਚੁਣੀ ਗਈ ਹੈ ਲੋਕਾਂ ਵੱਲੋਂ ਚੁਣੀ ਗਈ ਹੈ, ਬਿਲਕੁਲ, ਔਰ ਆਪਣੇ ਆਪ ਨੂੰ ਚੁਣਵਾ ਕੇ ਲੋਕਾਂ ਤੋਂ ਤੇ ਬਾਅਦ ਚੋਂ ਇਹ ਕਹਿ ਦੇਣਾ ਜੀ ਸਾਨੂੰ ਗਵਰਨਰ ਸਾਹਿਬ ਐਕਸੈਪਟ ਨਹੀਂ ਕਰਦੇ, ਇਹ ਗੱਲ ਗਲਤ ਆ। ਬਹੁਤ ਵੱਡੀ ਤਾਕਤ ਹੁੰਦੀ ਹੈ ਲੋਕਤੰਤਰ ਦੇ ਵਿੱਚ, ਔਰ ਲੋਕਤੰਤਰ ਦੇ ਨੁਮਾਇੰਦੇ ਜਦੋਂ ਜਿੱਤ ਕੇ ਆਉਂਦੇ ਨੇ ਤੇ ਉਹ ਸਾਰੇ ਪ੍ਰੋਸੈਸ ਨੂੰ ਫੋਲੋ ਕਰਦੇ ਨੇ। ਰਹੀ ਗੱਲ ਗਵਰਨਰ ਸਾਹਿਬ ਦੀ, ਉਹਨਾਂ ਨੇ ਜਿਹੜੇ ਕੁਐਸਚਨ ਰੇਜ਼ ਕੀਤੇ ਨੇ ਇਹ ਫਿਰ ਸਾਨੂੰ ਫਿਰ ਇਹਨਾਂ ਨੂੰ ਦੱਸ ਦੇਣ ਕਿ ਤਾਕਤਾਂ ਕੀ ਹੁੰਦੀਆਂ ਨੇ ਗਵਰਨਰ ਸਾਹਿਬ ਦੀਆਂ। ਕਹਿੰਦੇ ਗੈਰ ਵਾਜਬ ਹੈ, ਨਹੀਂ ਗੈਰ ਵਾਜਬ ਹੈ, ਕਹਿੰਦੇ ਨਹੀਂ, ਉਹਨਾਂ ਨੂੰ ਬਸ ਕਿਹੜੀ ਡਿਕਸ਼ਨਰੀ ਚ ਲਿਖਿਆ ਹੁੰਦਾ ਹੈ ਕਿ ਜਾ ਕੇ ਉਹਨਾਂ ਕੋਲ ਫਾਈਲ ਚਲੀ ਗਈ, ਉਹਨਾਂ ਨੇ ਓਕੇ ਕਰਕੇ ਭੇਜ ਦੇਣੀ ਕਿ ਠੀਕ ਹੈ। ਦੇਖੋ ਜੋ ਗਵਰਨਰ ਸਾਹਿਬ ਦੀਆਂ ਤਾਕਤਾਂ ਹੁੰਦੀਆਂ ਨੇ, ਜੋ ਉਹਨਾਂ ਦੇ ਰੂਲਸ ਉਹਨਾਂ ਨੂੰ ਦਿੱਤੇ ਜਾਂਦੇ ਨੇ, ਉਹਨਾਂ ਨੇ ਜੋ ਕਰਨਾ ਆਪਣੇ ਕਨਸਟੀਟਿਊਸ਼ਨ ਦੇ ਅਕੋਰਡਿੰਗਲੀ ਕਰਨਾ। ਜੇ ਤੁਸੀਂ ਕਹਿੰਦੇ ਵੀ ਉਹ ਇਦਾਂ ਦੀਆਂ ਅੜਚਨਾਂ ਖੜੀਆਂ ਕਰਦੇ ਨੇ, ਤੁਸੀਂ ਕਿਹੜੀਆਂ ਅੜਚਨਾਂ ਦੀ ਗੱਲ ਕਰਦੇ ਪਏ ਜੇ? ਉਹਨਾਂ ਨੇ ਇੱਕ ਸਵਾਲ ਕੀਤਾ ਵਾ, ਜੇ ਉਹਨਾਂ ਨੇ ਕੀਤਾ ਤੁਸੀਂ ਉਹਨਾਂ ਦਾ ਰਿਟਨ ਜਵਾਬ ਦੇ ਦਿਓ।
ਹੁਣ ਤੱਕ ਇੰਨੀਆਂ ਤੁਹਾਨੂੰ ਲੈਟਰਸ ਕੱਢੀਆਂ ਗਈਆਂ ਸੀ ਗਵਰਨਰ ਹਿਸ ਐਕਸੀਲੈਂਸੀ ਵੱਲੋਂ ਆਨਰੇਬਲ ਸੀਐਮ ਸਾਹਿਬ ਨੇ ਕਿੰਨਿਆਂ ਦਾ ਜਵਾਬ ਦੇ ਦਿੱਤਾ। ਸੋ ਉਸ ਤੋਂ ਬਾਅਦ ਇਹ ਤੰਜ ਕੱਸ ਦੇਣਾ ਕਿ ਬੀਜੇਪੀ ਦੇ ਇਸ਼ਾਰਿਆਂ ਦੇ ਉੱਤੇ ਹਿਸ ਐਕਸੀਲੈਂਸੀ ਇਹ ਕੰਮ ਕਰਦੇ ਨੇ, ਇਦਾਂ ਕਿਦਾਂ ਹੋ ਸਕਦਾ? ਇਹਨਾਂ ਕੋਲ ਸਬੂਤ ਕੀ ਇਸ ਚੀਜ਼ ਦਾ? ਮਸਲਾ ਕੀ ਆ? ਮਸਲਾ ਇਹ ਆ ਕਿ ਹਰ ਕੰਮ ਦੇ ਵਿੱਚ ਰੇੜਕਾ ਪਾਉਣਾ ਇਹ ਫੋਲੋ ਕਰ ਰਹੇ ਨੇ ਦਿੱਲੀ ਦੇ ਫੇਲ ਮਾਡਲ ਨੂੰ। ਦੇਖੋ ਇੱਕ ਬੜੀ ਚੀਜ਼ ਕਲੀਅਰ ਆ, ਭਗਵੰਤ ਮਾਨ ਜੀ ਸਾਡੇ ਵੀ ਮੁੱਖ ਮੰਤਰੀ ਨੇ, ਪੰਜਾਬ ਦੇ ਵਿੱਚ ਆਪਣਾ ਕੰਮ ਕਰਦੇ ਪਏ ਨੇ। ਇਹ ਬਾਰ-ਬਾਰ ਜਾਂ ਤੇ ਉਹਨਾਂ ਨੂੰ ਇਨਸਟਰਕਸ਼ਨ ਦਿੱਲੀ ਵੱਲੋਂ ਆਉਂਦੀਆਂ ਹੋਣੀਆਂ, ਕਿਉਂਕਿ ਹੁਣ ਕੇਜਰੀਵਾਲ ਸਾਹਿਬ ਦੀ ਬਹੁਤੀ ਕੋਈ ਸੇ ਹੈ ਨਹੀਂ ਹੈ ਪੰਜਾਬ ਦੇ ਵਿੱਚ। ਪੰਜਾਬੀਆਂ ਨੇ ਭਗਵੰਤ ਮਾਨ ਜੀ ਨੂੰ ਆਪਣਾ ਮੁੱਖ ਮੰਤਰੀ ਮੰਨ ਲਿਆ, ਉਹਦੇ ਅਕੋਰਡਿੰਗਲੀ ਉਹ ਪੰਜਾਬ ਚਲਾ ਰਹੇ ਨੇ। ਹੁਣ ਉੱਤੋਂ ਕੋਈ ਨਾ ਕੋਈ ਰੇੜਕਾ ਕ੍ਰੀਏਟ ਕਰਨ ਵਾਸਤੇ ਜਾਂ ਤਾਂ ਆਨਰੇਬਲ ਸੀਐਮ ਸਾਹਿਬ, ਆਨਰੇਬਲ ਸੀਐਮ ਦਿੱਲੀ ਨੂੰ ਸੈਟੀਸਫਾਈ ਕਰਨ ਵਾਸਤੇ ਇਦਾਂ ਦੇ ਕੁਐਸਚਨ ਰੇਜ਼ ਕਰਦੇ ਨੇ, ਕਿਉਂਕਿ ਇਹਦੇ 'ਚ ਕੋਈ ਲੌਜੀਕਲੀ ਰੇਜ਼ ਕਰਨ ਵਾਲਾ ਕੁਐਸਚਨ ਹੈ ਨਹੀਂ ਕੋਈ ਵੀ। ਬਾਕੀ ਇਹ ਜੋ ਕੁਝ ਵੀ ਹੈਗਾ ਵਾ, ਮਤਲਬ ਤੁਹਾਨੂੰ ਇਹ ਲੱਗ ਰਿਹਾ ਹੈ ਕਿ ਜੇ ਲੈਟਰ ਆ ਵੀ ਗਈ ਸਪੀਕਰ ਸਾਹਿਬ ਦੇ ਕੋਲ ਤਾਂ ਉਸਦਾ ਜਵਾਬ ਦੇ ਦਿਓ, ਬਸ ਗੱਲ ਖਤਮ। ਆ ਤਾਂ ਠੀਕ ਆ, ਤੁਸੀਂ ਜੋ ਉਹਨਾਂ ਨੇ ਕੁਐਸਚਨ, ਮੇਰੀ ਗੱਲ ਸੁਣੋ, ਆਪਾਂ ਜਵਾਬ ਦੇਵਾਂਗੇ। ਫਿਰ ਗਵਰਨਰ ਸਾਹਿਬ ਬਿਠਾਏਗਾ ਦੇ ਵਾਸਤੇ ਮੈਂ ਇੱਕ ਚੀਜ਼ ਪੁੱਛਦਾ, 70-75 ਸਾਲ ਹੋ ਗਏ, ਕਦੇ ਨਹੀਂ ਹੋਇਆ ਕਿ ਗਵਰਨਰ ਸਾਹਿਬ ਨੇ ਆ ਕੇ ਕੋਈ ਚਿੱਠੀ ਸੈਸ਼ਨ ਨੂੰ ਲੈ ਕੇ ਖਾਸ ਤੌਰ ਤੇ। ਫਿਰ ਤੁਸੀਂ ਕੋਰਟ ਵਿੱਚ ਜਾਓ, ਤੁਹਾਡੇ ਕੋਲ ਕਾਨੂੰਨ ਹੈਗਾ, ਤੁਸੀਂ ਉਹਨਾਂ ਨੂੰ ਕੋਰਟ ਦੇ ਥਰੂ ਚੈਲੰਜ ਕਰ ਦੋਗੇ ਤੁਹਾਡੀ ਇਹ ਪਾਵਰ ਨਹੀਂ ਹੈਗੀ, ਜਾਂ ਫਿਰ ਇੱਥੇ ਇਹ ਦੱਸ ਦੇਣ ਕਿ ਗਵਰਨਰ ਸਾਹਿਬ ਦੇ ਕਨਸਟੀਟਿਊਸ਼ਨ ਦੇ ਵਿੱਚ ਇਹ ਦੂਸਰੇ ਸੈਕਸ਼ਨਸ ਦੀ ਤੇ ਗੱਲ ਕਰਦੇ ਨੇ, ਉਹਨਾਂ ਦੀ ਪਾਵਰ ਦੀ ਸੈਕਸ਼ਨ ਦੀ ਗੱਲ ਨਹੀਂ ਕਰਦੇ ਪਏ। ਮੈਂ ਕਹਿੰਦਾ ਜੇ ਤੁਹਾਨੂੰ ਲੱਗਦਾ ਪਿਆ ਗਵਰਨਰ ਸਾਹਿਬ ਰੇਡ ਕਾਰਡ ਆਉਂਦੇ ਪਏ ਨੇ, ਤੁਸੀਂ ਸੁਪਰੀਮ ਕੋਰਟ ਦੀ ਗੱਲ ਕੀਤੀ ਹੈ, ਸੁਪਰੀਮ ਕੋਰਟ ਦੇ ਵਿੱਚ ਉੱਥੇ ਸੰਗਤ ਸਾਹਿਬ ਇੱਕ ਮਿੰਟ, ਜਦੋਂ ਤੁਸੀਂ ਸੁਪਰੀਮ ਕੋਰਟ ਦੀ ਗੱਲ ਕਰਦੇ ਪਏ ਨਾ ਸੰਗਤ ਸਾਹਿਬ, ਉੱਥੇ ਤਰੀਕ ਪੈਣ ਤੋਂ ਪਹਿਲਾਂ ਹੀ ਪਰਮਿਸ਼ਨ ਦੇ ਦਿੱਤੀ ਗਈ ਸੀਗੀ। ਸੋ ਤੁਸੀਂ ਇੱਕ ਇਸ਼ੂ ਕ੍ਰੀਏਟ ਕਰਨਾ, ਪੰਜਾਬ ਦੇ ਲੋਕਾਂ ਨੂੰ ਦੱਸਣਾ ਜੀ ਅਸੀਂ ਕੰਮ ਕਰਨਾ ਚਾਹੁੰਦੇ ਆ, ਸਾਨੂੰ ਗਵਰਨਰ ਸਾਹਿਬ ਕੰਮ ਨਹੀਂ ਕਰਨ ਦਿੰਦੇ। ਇਹੋ ਹੀ ਕੰਮ ਦਿੱਲੀ ਦੇ ਵਿੱਚ ਫੜਿਆ ਹੋਇਆ। ਹੁਣ ਕੀ ਹੋ ਗਿਆ ਕਿ ਇੱਕ ਸਟੇਟ ਦੇ ਵਿੱਚ ਤਾਂ ਲੋਕਾਂ ਨੇ ਤਾਂ ਠਾ ਕਰਤਾ, ਅੱਜ ਪੰਜਾਬ ਦੇ ਲੋਕ ਇਹਨਾਂ ਤੋਂ ਹੋਰ ਬੜੇ ਕੁਐਸਚਨ ਕਰਦੇ ਪਏ ਨੇ। ਕਿਉਂਕਿ ਸਾਡਾ ਡਿਬੇਟ ਦਾ ਮੁੱਦਾ ਨਹੀਂ ਹੈਗਾ, ਮੈਂ ਟੂ ਦੀ ਪੁਆਇੰਟ ਗੱਲ ਕਰੂੰਗਾ ਇਹਦੇ ਵਿੱਚ। ਇਹ ਇੰਨੀ ਗੱਲ ਦੱਸ ਦੇਣ ਕਿ ਕੀ ਪੰਜਾਬ ਦੇ ਵਿੱਚ ਗਵਰਨਰ ਦੀ ਪੋਸਟ ਵਾਜਬ ਹੈਗੀ ਕਿ ਨਹੀਂ। ਦੂਸਰੀ ਗੱਲ, ਜੇ ਤੁਹਾਨੂੰ ਇੰਨੇ ਗਵਰਨਰ ਸਾਹਿਬ ਠੀਕ ਨਹੀਂ ਲੱਗਦੇ ਪਏ, ਸੌਂਹਾਂ ਕਿਉਂ ਚੁੱਕਣ ਜਾਂਦੇ ਜੇ? ਤੁਸੀਂ ਆਪਣੇ ਆਪ ਹੀ ਸੌਂਹਾਂ ਚੁਕਾ ਲੈਣੀ, ਅਸੀਂ ਆਪਣੇ ਆਪ ਨੂੰ। ਚਲੋ ਉਹ ਵੀ ਜ਼ਰੂਰੀ ਤਾਂ ਹੈਗਾ। ਸੰਗਤ ਸਾਹਿਬ ਇੱਕ ਬਹੁਤ ਛੋਟਾ ਜਿਹਾ ਰਿਐਕਸ਼ਨ, ਮੈਂ ਉਸ ਤੋਂ ਬਾਅਦ ਕਾਂਗਰਸ ਔਰ ਅਕਾਲੀ ਦਲ ਦਾ ਰੁਖ ਕਰ। ਦੇਖੋ ਜੋਸ਼ੀ ਸਾਹਿਬ ਜਿਹੜੇ ਨਾ ਐਵੇਂ ਓਪਨ ਐਂਡਡ ਗੱਲਾਂ ਕਰਨ ਲੱਗ ਗਏ ਆ, ਅਸੀਂ ਗਵਰਨਰ ਦੇ ਅਹੁਦੇ ਤੇ ਕਦੋਂ ਕਿੰਤੂ ਪਰੰਤੂ ਕੀਤਾ ਆ, ਪਰ ਗਵਰਨਰ ਸਾਹਿਬ ਬਤੌਰ ਗਵਰਨਰ ਕੰਮ ਕਰਨਾ, ਉਹ ਬੀਜੇਪੀ ਦੇ ਨੁਮਾਇੰਦੇ ਦੇ ਤੌਰ ਤੇ ਕੰਮ ਕਰਦੇ ਆ, ਅੜਿੱਕੇ ਡਾਉਂਦੇ ਆ। ਕਿਵੇਂ ਲੱਗ ਰਿਹਾ ਤੁਹਾਨੂੰ, ਕਿਵੇਂ ਲੱਗ ਰਿਹਾ? ਨਹੀਂ ਸੰਗਤ ਸਾਹਿਬ, ਉਹਨਾਂ ਦਾ ਪੁਆਇੰਟ ਇਹ ਸੀ ਕਿ ਗਵਰਨਰ ਦੇਖੋ ਬਹੁਤ ਵੱਡਾ ਅਹੁਦਾ ਤਾਂ ਹੈ ਨਾ, ਕਿ ਗਵਰਨਰ ਸਾਹਿਬ ਨੇ ਇੱਕ ਚਿੱਠੀ ਕੱਢ ਦਿੱਤੀ ਕਿ ਮੈਨੂੰ ਜਾਣਕਾਰੀ ਦੇ ਦਿਓ, ਤਾਂ ਜਾਣਕਾਰੀ ਦੇ ਦਿਓ, ਗੱਲ ਖਤਮ। ਗੌਰਵ ਜੀ ਚਿੱਠੀ ਦਾ ਕੋਈ ਆਬਜੈਕਸ਼ਨ ਨਹੀਂ ਹੈ। ਗਵਰਨਰ ਸਾਹਿਬ ਉਹੀ ਨੇ ਜਿਹੜੇ ਜੋਸ਼ੀ ਸਾਹਿਬ ਕਹਿੰਦੇ ਨਾ ਅਦਾਲਤ ਜਾਣ, ਗਵਰਨਰ ਸਾਹਿਬ ਉਹੀ ਨੇ ਜਿਨ੍ਹਾਂ ਨੇ ਬਜਟ ਸੈਸ਼ਨ ਦੀ ਪ੍ਰਵਾਨਗੀ ਦੇਣ ਤੋਂ ਨਾ ਕਰ ਦਿੱਤੀ, ਨੁਕਤਾਚੀਨੀ ਕਰਨੀ ਸ਼ੁਰੂ ਕਰਤੀ। ਪੰਜਾਬ ਸਰਕਾਰ ਨੂੰ ਪੰਜਾਬ ਦੀ ਹਿਸਟਰੀ 'ਚ ਪਹਿਲੀ ਵਾਰ ਹੈ, ਮੇਰੇ ਖਿਆਲ ਇੰਡੀਆ ਦੀ ਹਿਸਟਰੀ 'ਚ ਪਹਿਲੀ ਵਾਰ ਹੋਵੇ ਸੁਪਰੀਮ ਕੋਰਟ ਜਾਣਾ। ਮੈਂ ਬਾਕੀ ਮਹਿਮਾਨਾਂ ਦਾ ਇੱਕ ਵਾਰੀ ਰੁਕ ਕਰਾਂ, ਤੁਹਾਡਾ ਪੁਆਇੰਟ ਆ ਗਿਆ। ਦੇਖੋ ਇਹ ਵੀ ਗੱਲ ਹੈ ਕਿ ਜਦੋਂ ਕੋਈ ਵੀ ਦੇਸ਼ ਦੇ ਵਿੱਚ ਸੁਪਰੀਮ ਕੋਰਟ ਜਾਣਾ ਪਿਆ, ਕਿਉਂਕਿ ਇਹ ਮੈਂਡੇਟਰੀ ਹੈ ਬਜਟ। ਸੰਘੇੜਾ ਸਾਹਿਬ, ਸੰਘੇੜਾ ਸਾਹਿਬ ਤੁਹਾਡੀ ਗੱਲ ਦੇ ਵਿੱਚ ਵਜਨ ਨਹੀਂ ਹੈਗਾ। ਚਲੋ ਇੱਕ ਸੈਕਿੰਡ, ਇੱਕ ਜਵਾਬ ਲੈ ਲਓ ਛੋਟਾ ਜਿਹਾ। ਮੈਂ ਜਵਾਬ ਦਿੰਨਾ ਤੁਹਾਡੀ ਗੱਲ ਦਾ। ਨਾਲੇ ਛੋਟਾ ਜਵਾਬ ਪਏ ਜੇ ਵੀ ਗਵਰਨਰ ਸਾਹਿਬ ਦੇ ਉਹਦੇ ਤੇ ਕੋਈ ਕੁਐਸਚਨ ਨਹੀਂ ਆ, ਨਾਲੇ ਉਹਨਾਂ ਦੀ ਭੇਜੀ ਗਈ ਚਿੱਠੀ ਦੇ ਕੁਐਸਚਨ ਨਹੀਂ ਆ। ਕੁਐਸਚਨ ਕਿਸ ਚੀਜ਼ ਤੇ ਆ? ਤੁਸੀਂ ਤੇ ਆਪਣੇ ਆਪ ਨੂੰ ਗੁੰਮਰਾਹ ਕਰਦੇ ਪਏ ਜੇ, ਤੁਸੀਂ ਆਪਣੇ ਆਪ ਹੀ ਇਲਜ਼ਾਮ ਲਾਈ ਜਾ ਰਹੇ ਜੇ। ਦੇਖੋ ਸੰਘੇੜਾ ਸਾਹਿਬ, ਮੈਂ ਤੁਹਾਡੀ ਪ੍ਰੋਬਲਮ ਸਮਝਦਾ। ਅੱਜ ਕੇਜਰੀਵਾਲ ਸਾਹਿਬ ਨੂੰ ਪੰਜਾਬ ਦੇ ਵਿੱਚ ਘੱਟ ਤਵੱਜੋ ਮਿਲ ਰਹੀ ਆ, ਮਾਨ ਸਾਹਿਬ ਨੂੰ ਜ਼ਿਆਦਾ ਮਿਲਦੀ ਪਈ ਆ, ਕਿਉਂਕਿ ਸੀਐਮ ਨੇ ਸਾਡੇ ਉਹ। ਅੱਜ ਕੇਜਰੀਵਾਲ ਸਾਹਿਬ ਨੂੰ ਆਪਣਾ ਅਕਸ ਪੰਜਾਬ 'ਚ ਖਤਮ ਹੁੰਦਾ ਨਜ਼ਰ ਆ ਰਿਹਾ, ਜਿਸ ਕਰਕੇ ਉਹਨਾਂ ਨੇ ਭਗਵੰਤ ਮਾਨ ਦੇ ਥਰੂ ਇੱਕ ਫਿਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ। ਆਨਰੇਬਲ ਸੀਐਮ ਸਾਹਿਬ ਨੂੰ ਬੇਨਤੀ ਆ, ਪਲੀਜ਼ ਦੋ ਤੁਹਾਨੂੰ ਕੁਐਸਚਨ ਕੀਤੇ ਗਏ ਨੇ ਅਹੁਦਿਆਂ ਨੇ, ਅਹੁਦੇ ਦਾ ਉਹਦੇ 'ਚ ਜਵਾਬ ਦੇ ਦਿਓ। ਤੁਸੀਂ ਵਿੱਚ ਐਵੇਂ ਰੇੜਕਾ ਖੜਾ ਕਰੀ ਥੋੜਾ ਜਿਹਾ ਵੇਟ ਕਰੋ, ਆਪਾਂ ਸਾਰੇ ਨੂੰ ਐਡ ਕਰ ਲਈਏ। ਸੰਘੇੜਾ ਸਾਹਿਬ ਥੋੜੀ ਵੇਟ ਕਰਿਓ, ਇਕੱਠੇ ਜਵਾਬ ਦੇ ਦਿਓ। ਤੁਸੀਂ ਵਿੱਚੇ ਅਰਵਿੰਦ ਕੇਜਰੀਵਾਲ ਸਾਹਿਬ ਦਾ ਨਾਮ ਲੈਣ ਲੱਗ ਜਾਂਦੇ, ਸਾਡੇ ਰਾਸ਼ਟਰੀ ਕਨਵੀਨਰ ਨੇ। ਤੇ ਕੀ ਗੱਲ ਬੀਜੇਪੀ ਪਾਰਟੀ ਨੂੰ ਤੁਸੀਂ ਵਿੱਚ ਐਵੇਂ ਗਵਰਨਰ ਸਾਹਿਬ ਨਾਲ ਜੋੜੀ ਜਾਂਦੇ ਜੇ? ਯਾਨੀ ਕਿ ਤੁਹਾਡੀ ਗੱਲ ਜਿਹੜੀ ਸੱਚੀ ਆ, ਚਲੋ ਥੋੜਾ ਜਿਹਾ ਨਜਾਇਜ਼ ਗੱਲ ਕਰੋ, ਅਸੀਂ ਕਿਸੇ ਗੱਲ ਦਾ ਜਵਾਬ ਨਹੀਂ, ਗੱਲ ਗਲਤ ਆ। ਨਹੀਂ, ਅੱਜ ਬੀਜੇਪੀ ਔਰ ਆਮ ਆਦਮੀ ਪਾਰਟੀ ਦੋਵਾਂ ਨੂੰ ਜਵਾਬ ਦੇਣੇ ਹੋਣੇ। ਕੁਐਸਚਨ ਕਰਕੇ ਆਪ ਹੀ ਫਸ ਜਾਂਦੇ। ਠੀਕ ਹੈ ਜੋਸ਼ੀ ਸਾਹਿਬ, ਥੋੜੀ ਵੇਟ ਕਰਿਓ। ਸੰਘੇੜਾ ਸਾਹਿਬ ਥੋੜੀ ਵੇਟ ਕਰਿਓ। ਆਪਾਂ ਇੱਕ ਵਾਰੀ ਕਾਂਗਰਸ ਔਰ ਅਕਾਲੀ ਦਲ ਦਾ ਰੁਖ ਕਰਦੇ ਹਾਂ। ਥੋੜੀ ਵੇਟ ਕਰਿਓ ਸੰਘੇੜਾ ਸਾਹਿਬ, ਥੋੜੀ ਵੇਟ ਕਰਿਓ। ਠੀਕ ਹੈ, ਥੋੜੀ ਵੇਟ ਕਰਿਓ ਪਲੀਜ਼, ਥੋੜੀ ਵੇਟ ਕਰਿਓ ਸੰਘੇੜਾ ਸਾਹਿਬ, ਥੋੜੀ ਵੇਟ ਕਰਿਓ, ਥੋੜੀ ਵੇਟ ਕਰੋ ਪਲੀਜ਼। ਮੈਂ ਇੱਕ ਵਾਰੀ ਰਾਣਾ ਬਲਜੀਤ ਚਾਹਲ ਜੀ, ਇੱਕ ਸੈਕਿੰਡ ਸਰ, ਇੱਕ ਸੈਕਿੰਡ। ਸੰਘੇੜਾ ਸਾਹਿਬ, ਮੈਂ ਤੁਹਾਡੇ ਕੋਲ ਆ ਰਿਹਾ, ਬਹੁਤ ਖੁੱਲਾ ਟਾਈਮ ਮਿਲਿਆ ਸਰ। ਦੋਵੇਂ ਜਿਹੜੇ ਬੀਜੇਪੀ ਔਰ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨੇ, ਬਹੁਤ ਖੁੱਲਾ ਟਾਈਮ ਆਪਾਂ ਸਟਾਰਟਿੰਗ ਦੇ ਵਿੱਚ ਦਿੱਤਾ ਹੈ, ਪਰ ਮਹਿਮਾਨ ਆਪਾਂ ਸਾਰੇ ਸੱਦੇ ਹੋਏ ਨੇ, ਸਭ ਦੀ ਗੱਲ ਸੁਣਨੀ ਰੱਖਣੀ ਜ਼ਰੂਰੀ ਹੈ। ਆਪਾਂ ਕਾਂਗਰਸ ਦਾ ਰੁਖ ਕਰਦੇ ਹਾਂ, ਸਾਡੇ ਨਾਲ ਰਾਣਾ ਬਲਜੀਤ ਚਾਹਲ ਜੀ।
ਬਲਜੀਤ ਜੀ, ਕਾਂਗਰਸ ਇਸ ਨੂੰ ਕਿਵੇਂ ਦੇਖ ਰਹੀ ਹੈ? ਤਕਰਾਰ ਮੁੱਕਣ ਦਾ ਨਾਮ ਨਹੀਂ ਲੈਂਦੀ। ਦੂਜੇ ਪਾਸੇ ਇੱਕ ਉਂਗਲ ਤੁਹਾਡੇ ਵਾਲੇ ਪਾਸੇ ਵੀ ਜਾਂਦੀ ਹੈ ਕਿ ਰਾਜਪਾਲ ਇਸ ਤਰੀਕੇ ਨਾਲ ਰਿਐਕਟ ਕਰ ਰਹੇ ਨੇ ਜਿਵੇਂ ਵਿਰੋਧੀਆਂ ਦੇ ਲੀਡਰ ਹੋਣ। ਜੇ ਵਿਧਾਨ ਸਭਾ ਦੇ ਵਿੱਚ ਜ਼ਿਕਰ ਕੀਤਾ ਕਿ ਮਾਈ ਗਵਰਨਮੈਂਟ ਦੇ ਕਹਿਣ ਦੇ ਉੱਤੇ ਇਤਰਾਜ਼ ਸੀ ਤਾਂ ਕਾਂਗਰਸ ਨੇ ਇਤਰਾਜ਼ ਚੁੱਕਿਆ ਸੀ। ਤੁਹਾਡੇ ਵਾਲੇ ਪਾਸੇ ਵੀ ਉਂਗਲ ਹੈ ਕਿ ਤੁਹਾਡੀ ਬੋਲੀ ਵੀ ਬੋਲਦੇ ਨੇ। ਗੱਲ ਪਹਿਲਾਂ ਤਾਂ ਗੌਰਵ ਜੀ, ਸਭ ਤੋਂ ਵੱਡੀ ਗੱਲ ਇਹ ਹੈ ਬਈ ਰਾਜਪਾਲ ਸਾਹਿਬ ਦੀ ਕਿਸੇ ਗੱਲ ਦਾ ਜਵਾਬ ਨਾ ਦੇਣਾ ਤੇ ਉਹਨਾਂ ਦੇ ਨਾਲ ਹਰ ਗੱਲ ਦੇ ਵਿੱਚ ਪੇਚ ਫਸਾਉਣਾ। ਭਲਾ ਰਾਜਪਾਲ ਸਾਹਿਬ ਰਾਜਨੀਤੀ ਕਰਦੇ ਹੋਣ ਆਮ ਆਦਮੀ ਦੇ ਕਹਿਣ ਦੇ ਅਨੁਸਾਰ, ਬੜੀ ਮੰਦਭਾਗੀ ਗੱਲ ਹੈ ਤੇ ਪੰਜਾਬ ਲਈ ਬੜੀ ਸ਼ਰਮਸਾਰ ਗੱਲ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਰਾਜਪਾਲ ਇੱਕ ਜਿਹੜਾ ਸੰਵਿਧਾਨਕ ਅਹੁਦਾ ਉਹਨੂੰ ਕੁਝ ਵੀ ਨਹੀਂ। ਜਿੱਥੋਂ ਤੱਕ ਸੰਘੇੜਾ ਸਾਹਿਬ ਨੇ ਸੁਪਰੀਮ ਕੋਰਟ ਦੀ ਗੱਲ ਕੀਤੀ ਵੀ ਸੁਪਰੀਮ ਕੋਰਟ ਨੇ ਕਿਹਾ ਵੀ ਚੁਣੇ ਹੋਏ ਨੁਮਾਇੰਦੇ ਆ ਉਹ ਕੁਝ ਵੀ ਕਰ ਸਕਦੇ ਆ, ਫੈਸਲਾ ਲੈ ਸਕਦੇ ਆ, ਪਰ 167 ਨੰਬਰ ਕਲੌਜ਼ ਦੇ ਵਿੱਚ ਇਹ ਵੀ ਲਿਖਿਆ ਵੀ ਜਿਹੜੀ ਰਾਜਪਾਲ ਸਾਹਿਬ ਦੀ ਪੋਸਟ ਆ ਉਹ ਸੰਵਿਧਾਨਕ ਪੋਸਟ ਆ ਤੇ ਜਿੱਥੇ ਉਹਨਾਂ ਦੀ ਮਨਜ਼ੂਰੀ ਲੈਣੀ ਬਣਦੀ ਹੈ ਇਹਨਾਂ ਨੂੰ ਲੈਣੀ ਪਊਗੀ। ਤੇ ਇਹ ਗੱਲਾਂ ਕਰ ਰਹੇ ਜੀ 70 ਸਾਲ ਦੇ ਵਿੱਚ ਏਦਾਂ ਨਹੀਂ ਹੋਇਆ। ਮੈਂ ਸਮਝਦਾ ਬਿਲਕੁਲ ਬਹੁਤ ਵੱਡੇ ਵੱਡੇ ਪੰਜਾਬ ਦੇ ਵਿੱਚ ਬਦਲਾਅ ਆਏ। ਆਹ ਬਦਲਾਅ ਵੀ ਬਹੁਤ ਵੱਡਾ ਕਿ ਮੁੱਖ ਮੰਤਰੀ ਰਾਜਪਾਲ ਨੂੰ ਟਿੱਚ ਨਹੀਂ ਜਾਣਦਾ। ਕੀ ਰਾਜਪਾਲ ਸਾਹਿਬ ਨੇ ਜਿੰਨੇ ਇਹਨਾਂ ਨੂੰ ਸਵਾਲ ਕੀਤੇ ਕੀ ਗੈਰ ਵਾਜਬ ਸੀ? 32 ਟੀਚਰ ਇਹਨਾਂ ਨੇ ਭੇਜੇ, ਉਹਨਾਂ ਬਾਰੇ ਚਿੱਠੀ ਦਾ ਜਵਾਬ ਮੰਗਿਆ, ਕੋਈ ਨਹੀਂ ਦਿੱਤਾ ਗਿਆ। ਕੁਲਦੀਪ ਸਿੰਘ ਚਾਹਲ ਦੀ ਪ੍ਰਮੋਸ਼ਨ ਬਾਰੇ ਪੁੱਛਿਆ ਗਿਆ, ਉਹਦਾ ਕੋਈ ਜਵਾਬ ਨਹੀਂ ਦਿੱਤਾ ਗਿਆ। ਨਵਲ ਅਗਰਵਾਲ ਦੇ ਬੈਠਣ ਬਾਰੇ ਪੁੱਛਿਆ ਗਿਆ, ਉਹਦਾ ਕੋਈ ਜਵਾਬ ਨਹੀਂ ਦਿੱਤਾ ਗਿਆ। ਫਿਰ ਤੁਸੀਂ ਇਹ ਕੀ ਤੁਸੀਂ ਸਮਝੋ ਗੈਰ ਮਤਲਬ ਕਿ ਸਵਾਲ ਹੈ ਜਿੰਨਾ ਕਿ ਹਰ ਗੱਲ ਦੇ ਲਈ ਪਾਬੰਦ ਹੈ ਸਰਕਾਰ। ਸਰਕਾਰ ਦਾ ਤਰਕ ਕੀ ਹੈ? ਚਾਹਲ ਸਾਹਿਬ ਦੇਖੋ, ਇਹ ਵੀ ਇੱਥੇ ਪੁਆਇੰਟ ਹੈ। ਸਰਕਾਰ ਇਹ ਵੀ ਕਹਿੰਦੀ ਹੈ ਕਿ ਜਿਹੜੀਆਂ ਚਿੱਠੀਆਂ ਦਾ ਜਵਾਬ ਦੇਣਾ ਜ਼ਰੂਰੀ ਹੈ ਉਹ ਜਵਾਬ ਗਿਆ ਹੈ। ਰਾਣਾ ਬਲਜੀਤ ਚਾਹਲ ਜੀ ਕਹਿਣਗੇ ਕੱਲ ਨੂੰ ਕਿ ਸੰਘੇੜਾ ਸਾਹਿਬ ਥੋੜੀ ਵੇਟ ਕਰਿਓ, ਥੋੜੀ ਪਲੀਜ਼ ਵੇਟ ਕਰਿਓ, ਇਕੱਠੇ ਜਵਾਬ ਦੇ ਦਿਓ। ਤੁਸੀਂ ਇਕੱਠੇ ਜਵਾਬ ਦੇ ਦਿਓ, ਆਪਾਂ ਸਾਰਿਆਂ ਨੂੰ ਐਡ ਕਰ ਲਈ ਇੱਕ ਵਾਰੀ ਨਾ, ਸਭ ਦੇ ਰਿਐਕਸ਼ਨ ਆ ਜਾਣ। ਜਵਾਬ ਤੁਹਾਡੇ ਤੋਂ ਔਰ ਬੀਜੇਪੀ ਤੋਂ ਹੀ ਲੈਣੇ ਨੇ। ਚਾਲ ਜੀ ਕੰਪਲੀਟ ਕਰ ਲਓ। ਗੌਰਵ ਜੀ, ਇੱਕ ਨਾ ਸੰਘੇੜਾ ਸਾਹਿਬ ਬੜੇ ਮੈਂ ਕਹਿੰਦਾ ਸਾਡੇ ਸਤਿਕਾਰਯੋਗ, ਇੱਕ ਡਿਬੇਟ ਦਾ ਡੈਕੋਰਮ ਹੁੰਦਾ ਉਹਨੂੰ ਫੋਲੋ ਕਰੋ, ਵਿੱਚ ਨਾ ਬੋਲੋ। ਬਿਲਕੁਲ ਠੀਕ ਹੈ। ਤੁਸੀਂ ਗੱਲ ਕਰ ਰਹੇ ਸੀ, ਇਹਨਾਂ ਨੇ ਨਵਲ ਅਗਰਵਾਲ ਦੇ ਪੁੱਛਿਆ ਕਿਉਂ ਪੰਜਾਬ ਦੀ ਸਿਕਿਉਰਿਟੀ ਦਾ ਇਸ਼ੂ ਆ, ਗਵਰਨਰ ਉਸ ਚੀਜ਼ ਦਾ ਸਵਾਲ ਨਹੀਂ ਪੁੱਛ ਸਕਦਾ। ਜਿਹੜੇ ਗਵਰਨਰ ਸਾਹਿਬ ਨੂੰ ਇਹਨਾਂ ਨੇ ਜਵਾਬ ਦਿੱਤੇ ਨਹੀਂ, ਉਹਨਾਂ ਨੇ ਪ੍ਰੈਸ ਕਾਨਫਰੰਸ 'ਚ ਗੱਲਾਂ ਕਹਿ ਦਿੱਤੀਆਂ ਕਿ ਮੈਨੂੰ ਉਹਨਾਂ ਨੂੰ ਇਹਨਾਂ ਚਿੱਠੀਆਂ ਦਾ ਅਜੇ ਤੱਕ ਜਵਾਬ ਨਹੀਂ ਦਿੱਤਾ। ਦੂਸਰੀ ਗੱਲ, ਮੈਨੂੰ ਤਾਂ ਬੜੀ ਹਾਸੋਹੀਣੀ ਗੱਲ ਆਉਂਦੀ ਹੈ। ਚਲੋ ਪਾਣੀ ਦੇ ਮੁੱਦਿਆਂ ਦੀ ਠੀਕ ਹੈ, ਅੱਜ ਭਗਵੰਤ ਮਾਨ ਸਾਹਿਬ ਨੇ ਗੱਲ ਕੀਤੀ, ਅੱਜ ਇਹਨਾਂ ਨੂੰ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਸੀ। ਪੰਜਾਬ ਦੇ ਵਿੱਚ ਜਿਹੜੇ ਕੱਲ ਦੇ ਦਿਨ ਦੇ ਵਿੱਚ 5 ਲਗਾਤਾਰ ਕਤਲ ਹੋਏ, ਪੰਜਾਬ ਦੇ ਲਾਅ ਐਂਡ ਆਰਡਰ ਤੇ ਕਰਨੀ ਚਾਹੀਦੀ ਸੀ। ਜਦੋਂ ਸੈਸ਼ਨ ਸੱਦ ਰਹੇ ਆ, ਇਹ ਉਹੀ ਭਗਵੰਤ ਮਾਨ ਸਾਹਿਬ ਆ ਜਿਹੜੇ ਕਹਿ ਰਹੇ ਸੀ ਕਿ ਜੀ 1.25 ਕਰੋੜ ਦੇ ਚ ਸੈਸ਼ਨ ਪੈ ਜਾਂਦਾ। ਉਹ ਭਾਈ ਜੇ 2 ਦਿਨ ਦਾ ਸੈਸ਼ਨ ਸੱਦਣ ਲੱਗੇ ਹੋ, ਤੁਹਾਨੂੰ ਕੀ ਪ੍ਰੋਬਲਮ ਆ? ਤੁਸੀਂ ਦੱਸ ਦਿਓ। ਦਰਅਸਲ ਵਿਚਲੀ ਗੱਲ ਮੈਂ ਤੁਹਾਨੂੰ ਤੁਹਾਡੇ ਮਾਧਿਅਮ ਨਾਲ ਦੱਸ ਰਿਹਾ, ਇਸ 2 ਦਿਨਾਂ ਸੈਸ਼ਨ ਦੇ ਵਿੱਚ ਕੋਈ ਪੰਜਾਬ ਦੀ ਤਰੱਕੀ ਲਈ ਕੰਮ ਨਹੀਂ ਹੋਣਾ। ਇਸ 2 ਦਿਨ ਦੇ ਸੈਸ਼ਨ ਦੇ ਵਿੱਚ ਪੰਜਾਬ ਦੇ ਵਿੱਚ ਵੈਂਡੇਟਾ ਪੋਲਿਟਿਕਸ ਆ ਜਿਹੜੀ, ਉਹਦਾ ਤੁਹਾਨੂੰ ਇੱਕ ਦ੍ਰਿਸ਼ ਦੇਖਣ ਨੂੰ ਮਿਲੂਗਾ। ਕਿਵੇਂ ਲੱਗ ਰਿਹਾ ਤੁਹਾਨੂੰ ਵੈਂਡੇਟਾ ਪੋਲਿਟਿਕਸ? ਤੁਹਾਨੂੰ ਲੱਗਦਾ ਕਾਂਗਰਸ ਦਾ ਜ਼ਿਕਰ ਹੋ ਜਾਏਗਾ? ਉਹ ਤਾਂ ਕਹਿੰਦੇ ਅਸੀਂ ਜਿਹੜੇ ਸੈਂਟਰ ਨੇ ਰੋਕੇ ਹੋਏ ਨੇ ਉਸ ਦੇ ਉੱਪਰ ਗੱਲ ਕਰਾਂਗੇ, ਜਿਹੜੇ ਫੰਡ ਰੋਕੇ ਹੋਏ। ਨਹੀਂ, ਇਹ ਤੁਸੀਂ ਦੇਖੋ, ਇਹ ਫਿਰ ਜੇ ਸੈਂਟਰ ਨੇ ਫੰਡ ਰੋਕੇ ਆ ਤੇ ਗਵਰਨਰ ਸਾਹਿਬ ਨੂੰ ਲਿਖ ਕੇ ਦੇ ਦੇਣ। ਫਿਰ ਗਵਰਨਰ ਸਾਹਿਬ ਨੂੰ ਇੱਕ ਲਿਖ ਕੇ ਦੇ ਦੇਣ ਜੀ ਅਸੀਂ ਉਸ ਚੀਜ਼ ਵਾਸਤੇ ਜਿਹੜੇ ਸੈਂਟਰ ਦੇ ਫੰਡ ਰੁਕੇ ਜਿਨ੍ਹਾਂ ਕਰਕੇ ਪੰਜਾਬ ਦੀ ਡਿਵੈਲਪਮੈਂਟ ਖੜੀ ਆ, ਪੰਜਾਬ ਦੇ ਲੋਕਾਂ ਦੇ ਬਕਾਏ ਦੇਣ ਵਾਲੇ ਆ, ਅਸੀਂ ਉਹ ਦੇਣੇ ਆ। ਪਰ ਇਹਨਾਂ ਨੇ ਕਰਨਾ ਹੋਰ ਕੁਛ ਆ। ਠੀਕ ਹੈ, ਚਲੋ ਮੈਂ ਇੱਕ ਵਾਰ ਪੀਰ ਮੁਹੰਮਦ ਜੀ ਦਾ ਵੀ ਰੁਖ ਕਰਦਾ, ਜਵਾਬ ਲਵਾਂਗਾ। ਤੁਹਾਡੇ ਬਹੁਤ ਸਾਰੇ ਪੁਆਇੰਟਸ ਇਕੱਠੇ ਹੋ ਗਏ ਨੇ, ਸੰਘੇੜਾ ਸਾਹਿਬ ਲਾਜ਼ਮੀ ਤੌਰ ਤੇ ਰਿਐਕਟ ਕਰਨਗੇ। ਪੀਰ ਮੁਹੰਮਦ ਸਾਹਿਬ, ਅਕਾਲੀ ਦਲ ਇਸ ਨੂੰ ਕਿਵੇਂ ਦੇਖਦਾ ਹੈ? 2 ਦਿਨ ਦਾ ਸੈਸ਼ਨ, ਦੇਖੋ ਹੁਣ ਤੱਕ ਜੋ ਆਪਾਂ ਸੁਣਦੇ ਆਏ ਆ, ਇਹ ਆਮ ਤੌਰ ਤੇ ਪਤਾ ਵੀ ਲੱਗਦਾ ਕਿ ਕਦੋਂ ਚਲੀ ਗਈ ਫਾਈਲ ਗਵਰਨਰ ਸਾਹਿਬ ਕੋਲ, ਕਦੋਂ ਉੱਥੋਂ ਓਕੇ ਹੋ ਕੇ ਸਾਈਨ ਹੋ ਕੇ ਆ ਗਏ ਤੇ ਫਿਰ ਸਿੱਧਾ ਸੈਸ਼ਨ ਸੱਦ ਲਿਆ ਜਾਂਦਾ ਹੈ। ਪਰ ਹੁਣ ਕੁਝ ਵੱਖਰਾ ਹੋ ਰਿਹਾ ਹੈ, ਇੱਕ ਵਾਰ ਫਿਰ ਸੈਸ਼ਨ ਤੇ ਸਸਪੈਂਸ ਨਜ਼ਰ ਆ ਰਿਹਾ। ਦੇਖੋ ਗੌਰਵ ਜੀ, ਅਸਲ ਦੇ ਵਿੱਚ ਤੁਸੀਂ ਨਾ ਇਹਦੇ ਡਿਬੇਟ ਦੇ ਵਿੱਚ ਲਿਖਿਆ ਨਵਾਂ ਮੁੱਦਾ ਨਵਾਂ ਵਿਵਾਦ, ਇਹਦੇ ਵਿੱਚ ਹੀ ਇਹ ਸਾਰੀ ਗੱਲ ਦਾ ਜਵਾਬ ਹੈ। ਇਹ ਜਿਹੜੀ ਆਮ ਆਦਮੀ ਪਾਰਟੀ ਹੈ, ਇਹ ਮੁੱਦੇ ਕ੍ਰੀਏਟ ਕਰਦੀ ਹੈ, ਫਿਰ ਉਹਦੇ ਉੱਤੇ ਵਿਵਾਦ ਖੜਾ ਕਰਦੀ ਹੈ ਤੇ ਫਿਰ ਉਹਦੇ ਤੋਂ ਜਿਹੜਾ ਅਸਲ ਮੁੱਦੇ ਹੁੰਦੇ ਆ ਉਹਨਾਂ ਤੋਂ ਧਿਆਨ ਭਟਕਾ ਦਿੰਦੀ ਹੈ। ਜਿਵੇਂ ਮੇਰੇ ਸਾਥੀ ਨੇ ਇਹ ਗੱਲ ਕਹੀ ਹੈ ਕਿ ਦੇਖੋ ਪੰਜਾਬ ਦੇ ਵਿੱਚ ਇਸ ਵੇਲੇ ਹਾਲਾਤ ਵੀ ਬਣੇ ਹੋਏ ਨੇ, ਹਰ ਜਗ੍ਹਾ ਡਾਕੇ ਪੈ ਰਹੇ ਨੇ, ਕਤਲ ਹੋ ਰਹੇ ਨੇ ਔਰ ਇਹੋ ਜਿਹੇ ਹਾਲਾਤ ਬਣੇ ਹੋਏ ਨੇ। ਉਸੇ ਸਮੇਂ ਦਰਮਿਆਨ ਆਪਾਂ ਡਿਬੇਟ ਕਰ ਰਹੇ ਹਾਂ ਕਿ ਗਵਰਨਰ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਦਾ ਟਕਰਾਅ ਤੇ ਜਿਹੜਾ ਪੱਤਰ ਦਾ ਆਦਾਨ ਪ੍ਰਦਾਨ। ਦੇਖੋ ਪੰਜਾਬ ਦੇ ਮੁੱਦਿਆਂ ਦੇ ਉੱਤੇ ਮੁੱਖ ਮੰਤਰੀ ਸਾਹਿਬ ਦਿੱਲੀ ਜਾਣ, ਸ਼੍ਰੋਮਣੀ ਅਕਾਲੀ ਦਲ ਨਾਲ ਖੜੇਗਾ, ਸ਼੍ਰੋਮਣੀ ਅਕਾਲੀ ਦਲ ਪੂਰਾ ਸਹਿਯੋਗ ਤੇ ਸਾਥ ਦੇਵੇਗਾ, ਕਿਉਂਕਿ ਸੰਘੀ ਢਾਂਚੇ ਦੀ ਗੱਲ ਕਰਦੇ ਆ, ਅਨੰਦਪੁਰ ਦੇ ਮਤੇ ਦੀ ਗੱਲ ਕਰਦੇ ਆ
ਔਰ ਜਿਹੜੇ ਪੰਜਾਬ ਦੇ ਹੱਕੀ ਮੰਗਾਂ ਦੇ ਵਾਸਤੇ ਅਸੀਂ ਸੰਘਰਸ਼ ਕੀਤਾ, ਕਰਦੇ ਰਹਾਂਗੇ। ਲੇਕਿਨ ਇੱਥੇ ਜਦੋਂ ਜਾਂਦੇ ਨੇ ਮੁੱਖ ਮੰਤਰੀ ਸਾਹਿਬ ਉਦੋਂ ਤਾਂ ਮੰਗਦੇ ਨੇ ਪੈਰਾਮਿਲਟਰੀ ਫੋਰਸ, ਤੇ ਚਿੱਠੀਆਂ ਦੇ ਵਿੱਚ ਲਿਖਦੇ ਨੇ ਜੀ ਕਿ ਆ ਸਾਡੇ ਕੋਲ ਅਧਿਕਾਰ ਹੋਣੇ ਚਾਹੀਦੇ ਆ, ਨਹੀਂ ਹੋਣੇ ਚਾਹੀਦੇ। ਮੁੱਖ ਮੰਤਰੀ ਸਾਹਿਬ 4-5 ਸਟੇਟਾਂ ਦੇ ਵਿੱਚ ਗਏ ਨੇ, ਦਿੱਲੀ ਦੇ ਮੁੱਖ ਮੰਤਰੀ ਸਾਹਿਬ ਦੇ ਨਾਲ, ਅਰਵਿੰਦ ਕੇਜਰੀਵਾਲ ਜੀ ਨਾਲ। ਉਹ ਕਿੱਥੇ ਦੱਸੋ ਪੰਜਾਬ ਦਾ ਮੁੱਦਾ ਉਠਾਇਆ? ਪੰਜਾਬ ਦੇ ਨਾਲ ਜੇ ਕੋਈ ਧੱਕਾ ਹੋ ਰਿਹਾ ਹੈ, ਜੇ ਦਿੱਲੀ ਦੀ ਗੱਲ ਇਹ ਕਰ ਰਹੇ ਨੇ ਹਰ ਸਟੇਟ ਦੇ ਵਿੱਚ ਜਾ ਕੇ, ਤੇ ਉੱਥੋਂ ਦੇ ਨੋਟੀਫਿਕੇਸ਼ਨ ਦੀ ਗੱਲ ਕਰਦੇ ਆ, ਵੱਧ ਅਧਿਕਾਰਾਂ ਦੀ ਗੱਲ ਕਰਦੇ ਆ।